ਵਾਲੀਆਂ ਚੋਣਾਂ ਦੇ ਉੱਪਰ ਹੈ। ਚੋਣਾਂ ਦੇ ਵਿੱਚ ਜੇਕਰ ਅਸੀਂ ਸਭ ਤੋਂ ਵੱਡਾ ਧੋਖਾ ਸਮਝੀਏ ਤਾਂ ਉਹ ਸਾਡੀ ਯੂਥ ਨਾਲ ਕੀਤਾ ਜਾ ਰਿਹਾ। ਜਿਵੇਂ ਹਾਈਅਰ ਐਜੂਕੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ, ਹਾਈਅਰ ਐਜੂਕੇਸ਼ਨ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਇੱਥੇ 1158 ਪੋਸਟਾਂ ਆਉਣ ਤੋਂ ਬਾਅਦ ਇਹੋ ਜਿਹੀ ਸਰਕਾਰ ਇੰਟਰਵਿਊਆਂ ਦੇ ਵਿੱਚ, ਸਿਲੈਕਸ਼ਨ ਲਿਸਟ ਦੇ ਵਿੱਚ ਲੂਪ ਹੋਲ ਛੱਡਦੀ ਹੈ ਕਿ ਜਿਨ੍ਹਾਂ ਦੇ ਉੱਪਰ ਕੋਰਟ ਦੇ ਵਿੱਚ ਜਾ ਕੇ ਚੈਲੰਜ ਹੋ ਜਾਂਦੇ ਆ, ਔਰ ਜਿਨ੍ਹਾਂ ਲੋਕਾਂ ਦੀ ਸਿਲੈਕਸ਼ਨ ਹੁੰਦੀ ਆ ਔਰ ਸਭ ਤੋਂ ਵੱਡੀ ਉਹਨਾਂ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪੈਂਦਾ। ਔਰ ਦੂਜਾ ਇਹ ਆ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਜਿਹੜਾ ਹੈਗਾ ਵਾ, ਚਾਹੇ ਉਹ ਸਾਡੇ ਸਰਕਾਰੀ ਸਕੂਲ ਕਾਲਜ ਹੋਣ, ਕਰੀਅਰ ਕਾਉਂਸਲਿੰਗ ਨਾਮ ਦੀ ਜਿਹੜੀ ਆ ਇੱਕ ਚੀਜ਼ ਨਹੀਂ ਹੈ। ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਬੱਚੇ ਜਦੋਂ 5ਵੀਂ 6ਵੀਂ 7ਵੀਂ 8ਵੀਂ 10ਵੀਂ ਹੁੰਦੀ ਆ ਤਾਂ ਬੱਚੇ 60%, 70% ਮਾਰਕਸ, 70% ਮਾਰ ਦਾਦੀ ਨਾਨੀ ਮਾਮੇ ਮਾਮੀਆਂ ਗੁਰਦੁਆਰਿਆਂ 'ਚ ਡੱਬੇ ਚੜਾਉਣਗੇ। ਠੀਕ ਆ, ਮੇਰੇ ਪੁੱਤ ਦੇ 80%, 70%, ਮੇਰੇ ਪੁੱਤ ਦੇ ਮੈਥ 'ਚ 99 ਨੰਬਰ। ਸੋ ਬਟ ਹੁੰਦਾ ਕੀ ਹੈ ਕਿ ਜਦੋਂ +2 ਤੋਂ ਬਾਅਦ ਇਹਨਾਂ ਬੱਚਿਆਂ ਦੇ ਕੋਲ, ਜਿਨ੍ਹਾਂ ਦੇ ਮਾਪਿਆਂ ਕੋਲ ਪੈਸਾ ਜਾਂ ਤਾਂ ਬਾਹਰ ਭੇਜ ਰਹੇ ਆ ਜਾਂ ਉਹਨਾਂ ਨੂੰ ਹਾਈਅਰ ਐਜੂਕੇਸ਼ਨ 'ਚ ਲੈ ਕੇ ਆ ਰਹੇ ਆ, ਬਟ ਬਹੁਤ ਵੱਡਾ ਪ੍ਰਪੋਰਸ਼ਨ ਯੂਥ ਦਾ ਇਹੋ ਜਿਹਾ ਵੀ ਆ ਜਿਹੜਾ ਹਾਈਅਰ ਐਜੂਕੇਸ਼ਨ 'ਚ ਨਹੀਂ ਜ਼ਿਆਦਾ ਲੰਬਾ ਸਮਾਂ ਜਾ ਸਕਦਾ। ਸੋ ਉਹ ਬੱਚੇ ਕੋਈ ਆਰਮੀ ਦੇ ਵਿੱਚ ਟੈਸਟ ਦੇਣਾ ਸ਼ੁਰੂ ਕਰ ਦਿੰਦਾ, ਕੋਈ +2 ਤੋਂ ਬਾਅਦ ਪੰਜਾਬ ਪੁਲਿਸ ਦੀ ਭਰਤੀ ਵਿੱਚ। ਬਟ ਉਹ ਲੋਕ ਇੰਨਾ, ਜਿਹੜਾ ਬੱਚਾ 6ਵੀਂ 7ਵੀਂ 8ਵੀਂ ਦੇ ਵਿੱਚ ਇੰਨਾ ਕਾਬਲ ਹੁੰਦਾ ਕਿ ਨਹੀਂ ਜ਼ਿਆਦਾ ਮਾਰਕਸ ਲੈ ਕੇ ਜਾਂਦਾ, ਪਰ ਉਹ ਆਰਮੀ ਦੇ ਟੈਸਟ ਜਿਹੜੇ ਹੁੰਦੇ ਰਿਟਨ, ਉਹ ਕੁਆਲੀਫਾਈ ਨਹੀਂ ਕਰ ਪਾਉਂਦਾ। ਸੋ ਇਹ ਸਭ ਤੋਂ ਵੱਡਾ ਸਾਡਾ ਲੈਪਸ ਆ ਸਾਡੇ ਸਕੂਲਾਂ ਦੇ ਵਿੱਚ, ਖਾਸ ਕਰਕੇ ਭਾਵੇਂ ਪ੍ਰਾਈਵੇਟ ਜਾਂ ਸਰਕਾਰੀ ਹੋਣ। ਸੋ ਇਹਨਾਂ ਦੇ ਵਿੱਚ ਇਹਨਾਂ ਟੈਸਟਾਂ ਦੇ ਪ੍ਰਤੀ ਮੇਰਾ ਮੰਨਣਾ ਕਿ ਸਰਕਾਰ ਚੋਣ ਦੇ ਵਿੱਚ ਇਹੋ ਜਿਹੇ ਏਜੰਡੇ ਲੈ ਕੇ ਆਉਂਦੀ ਕਿ ਤੁਹਾਡੇ ਬੱਚੇ ਫਿਜ਼ੀਕਲ ਫਿੱਟ ਤਾਂ ਬਹੁਤ ਨੇ, ਆਰਮੀ 'ਚ ਚਲੇ ਜਾਂਦੇ ਆ, ਬਟ ਉਹ ਰਿਟਨ ਐਗਜ਼ਾਮ ਜਿਹੜਾ ਵਾ ਉਹਨੂੰ ਸਹੀ ਨਹੀਂ ਕਰ ਪਾਉਂਦੇ, ਜਿਹਦੇ ਕਾਰਨ ਅਸੀਂ 10ਵੀਂ ਤੋਂ ਬਾਅਦ ਇਹਨਾਂ ਦੀ ਇੱਕ ਐਕਸਟਰਾ ਪੀਰੀਅਡ ਐਡ ਕਰਾਂਗੇ ਜਿਹਦੇ ਵਿੱਚ ਇਹਨਾਂ ਨੂੰ ਤਿਆਰੀ ਕਰਵਾਈ ਜਾਊਗੀ। ਇਹ ਮੁੱਦਾ ਪੰਜਾਬ ਦਾ ਜਿਹੜਾ ਸਾਡੇ ਮੈਨੀਫੈਸਟੋ ਦੇ ਵਿੱਚ ਨਜ਼ਰ ਨਹੀਂ ਆਉਂਦਾ। ਦੂਜਾ, ਸਾਡੇ ਜਿਹੜੇ ਸਟੇਟ PPSC ਕਮਿਸ਼ਨ, ਪੰਜਾਬ ਹਾਈਅਰ ਐਜੂਕੇਸ਼ਨ ਕਮਿਸ਼ਨ, ਪੰਜਾਬ ਪੁਲਿਸ ਬੋਰਡ, ਰਿਕਰੂਟਮੈਂਟ ਬੋਰਡ, ਫਿਰ ਸਾਡਾ SSC ਸਬੋਰਡੀਨੇਟ ਬੋਰਡ ਹੈਗਾ, PSPCL ਹੈਗਾ, ਇਹਨਾਂ ਹੋਰ ਵੀ ਸੰਸਥਾਵਾਂ ਜਿਹੜੀ ਟੈਸਟ ਕੋਆਪਰੇਟਿਵ ਸੁਸਾਇਟੀ, ਇਹਨਾਂ ਲੋਕਾਂ ਦਾ ਕੋਈ ਕੈਲੰਡਰ ਨਹੀਂ ਹੈ। ਜਿਵੇਂ IBPS ਦਾ, ਬੈਂਕਿੰਗ ਸੈਕਟਰ ਦਾ, SSC ਦਾ ਇੱਕ ਕੈਲੰਡਰ ਜਾਰੀ ਹੁੰਦਾ ਕਿ ਹਰ ਸਾਲ ਇੰਨੀ ਤਰੀਕ ਨੂੰ ਨੋਟੀਫਿਕੇਸ਼ਨ ਆਏਗਾ। ਇੱਕ ਯੂਥ ਦੇ ਵਿੱਚ ਕੰਪੀਟੀਸ਼ਨ ਬਣਿਆ ਹੁੰਦਾ, ਜਿਵੇਂ ਬਿਹਾਰ, ਬੰਗਾਲ, ਮੱਧ ਪ੍ਰਦੇਸ਼, ਰਾਜਸਥਾਨ ਦੇ ਲੋਕ ਜਿਵੇਂ ਦਿੱਲੀ 'ਚ ਬੈਠ ਕੇ ਤਿਆਰੀਆਂ ਕਰਦੇ ਉਹਨਾਂ ਐਗਜ਼ਾਮਸ ਦੀ। ਸੋ ਪੰਜਾਬ ਦੇ ਵਿੱਚ ਅਜੇ ਤੱਕ ਇਹੋ ਜਿਹਾ ਜਿਹੜਾ ਸਵਾਲ ਆ ਜਾਂ ਇਹੋ ਜਿਹਾ ਕੈਲੰਡਰ ਬਣ ਕੇ ਨਹੀਂ ਆਇਆ, ਜਿਹੜਾ ਸਭ ਤੋਂ ਵੱਡਾ ਸਾਡੀ ਮੈਨੀਫੈਸਟੋ ਦੇ ਵਿੱਚ ਵੀ ਨਹੀਂ ਹੋਏਗਾ ਕਈ, ਕਿਉਂਕਿ ਸਾਡੀਆਂ ਸਰਕਾਰਾਂ ਚੌਥੇ ਸਾਲ ਜਾਂ 4.5 ਸਾਲ ਬਾਅਦ ਜਾ ਕੇ ਉਹਨਾਂ ਨੂੰ ਯਾਦ ਹੁੰਦਾ ਕਿ ਅਸੀਂ ਰਿਕਰੂਟਮੈਂਟ ਕਰਨੀ ਹੈ। ਔਰ ਮੈਂ ਖੁਦ ਇੱਕ ਇਕਨੋਮਿਕਸ ਦਾ ਸਟੂਡੈਂਟ ਹੋ ਕੇ ਮੈਨੂੰ ਕਿਸੇ ਵੇਲੇ ਸਾਡੇ ਪਾਲਿਸੀ ਮੇਕਰ ਹਾਸਾ ਆਉਂਦਾ ਇਹਨਾਂ ਲੋਕਾਂ ਨੂੰ ਜਾਣਨ ਬਾਰੇ ਕਿ ਇਹ ਲੋਕ ਜਦੋਂ ਸਰਕਾਰ ਦੇ ਇਕਨੋਮਿਕ ਐਡਵਾਈਜ਼ਰ ਬਣਦੇ ਨੇ ਤਾਂ ਇੱਕ ਇਹੋ ਜਿਹੀ ਭੂਮਿਕਾ ਨਿਭਾਉਂਦੇ ਹੋਣਗੇ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਕੇ। ਕਿਉਂਕਿ ਇਕਨੋਮਿਕ ਐਡਵਾਈਜ਼ਰ ਦੇ ਵਿੱਚ ਘੱਟੋ ਘੱਟ ਇੰਨੀ ਜੁਰਤ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਅੱਖ ਵਿਖਾ ਕੇ ਗੱਲ ਕਰ ਸਕੇ ਵੀ ਇੱਥੇ ਗਲਤ ਕੰਮ ਜਾ ਰਿਹਾ ਵਾ, ਇਹਨੂੰ ਅਸੀਂ ਇਸ ਤਰੀਕੇ ਨਾਲ ਲੈ ਕੇ ਆਉਣਾ, ਸਹੀ ਹੋ ਸਕਦਾ, ਸੋਲਿਊਸ਼ਨ ਕੱਢ ਸਕਦੇ। ਮੈਂ ਇੱਕ ਖੁਦ ਇਕਨੋਮਿਕਸ ਦਾ ਸਟੂਡੈਂਟ ਹੋਣ ਦੇ ਨਾਂ 'ਤੇ ਮੈਂ ਅੱਜ ਤੱਕ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਪੰਜਾਬ ਦਾ ਇਕਨੋਮਿਕ ਐਡਵਾਈਜ਼ਰ ਕੌਣ ਹੈ। ਜਾਣਨ ਦੀ ਕੋਸ਼ਿਸ਼ ਅਸੀਂ ਉਸ ਚੀਜ਼ ਇਨਸਾਨ ਬਾਰੇ ਕਰੀਏ ਜਿਹਦੀ ਇੱਕ ਵੱਖਰੀ ਜਿਹੀ ਕੰਟਰੀਬਿਊਸ਼ਨ ਹੋਵੇ, ਸਾਨੂੰ ਦੂਰੋਂ ਪਤਾ ਲੱਗੇ, ਅਸੀਂ ਖੁਦ ਉਹਦਾ ਰਿਜ਼ੂਮ ਸਰਚ ਕਰਕੇ ਪੜ੍ਹੀਏ ਕਿ ਇਸ ਇਨਸਾਨ ਨੇ ਇਸ ਟਾਈਮ ਜੋ ਪੰਜਾਬ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ, ਇਕਨੋਮਿਕਲ, ਸੋਸ਼ਲ, ਜਿੰਨੇ ਵੀ ਪੋਲੀਟੀਕਲ ਚੱਲ ਰਹੇ ਆ, ਉਹਨਾਂ ਦੇ ਉੱਪਰ ਇੱਕ ਖੁੱਲ੍ਹ ਕੇ ਸਰਕਾਰ ਨੂੰ ਅੱਖ ਵਿਖਾ ਕੇ ਜਿਹੜੀ ਗੱਲ ਕਰ ਸਕਣ। ਇਕਨੋਮਿਕ ਐਡਵਾਈਜ਼ਰਸ ਦਾ ਇਹ ਮਤਲਬ ਨਹੀਂ ਹੁੰਦਾ ਕਿ ਇੱਕ ਸਿਰਫ 2 ਸਾਲ ਲਈ 3 ਸਾਲ ਲਈ ਬਣ ਗਏ ਨੇ ਅਤੇ ਸਿਰਫ ਇੱਕ ਆਪਾਂ ਸਮਾਂ ਹੰਡਾਉਣ ਵਾਸਤੇ ਨਹੀਂ। ਉਹਦਾ ਮਤਲਬ ਹੁੰਦਾ ਕਿ ਸਰਕਾਰ ਨੂੰ ਸੇਧ ਦੇਵੇ ਜਾਂ ਰਿਜ਼ਾਈਨ ਕਰਕੇ ਬੈਠ ਜਾਣਾ। ਸੋ ਨੈਕਸਟ ਵੱਡੀ ਜਿਹੜੀ ਸਾਡੀ ਇਹਦੇ ਵਿੱਚ ਸਰਕਾਰ ਨੇ ਕੀ ਕੀਤਾ ਕਿ ਹਾਈਅਰ ਐਜੂਕੇਸ਼ਨ ਦੇ ਵਿੱਚ ਪੰਜਾਬ ਨੂੰ ਡੀਲਿੰਕ ਕਰਨਾ। ਗਰੀਬ ਤੋਂ ਗਰੀਬ ਜਿਹੜੀ ਸਟੇਟ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ,
UGC ਪੇ ਸਕੇਲ ਪੇ ਕਰ ਰਹੀ ਹੈ ਆਪਣੇ ਸਟਾਫ ਨੂੰ, ਪਰ ਇੱਕ ਪੰਜਾਬ ਹੀ ਇਹੋ ਜਿਹੀ ਸਟੇਟ ਆ ਜਿਹਨੂੰ ਸੋਨੇ ਦੀ ਚਿੜੀ ਫਿਲਹਾਲ ਉਹ ਤਾਂ ਹੁਣ ਪੁਰਾਣੀਆਂ ਪਾਸਟ ਹੋ ਗਿਆ ਸਾਡਾ, ਇੱਥੇ ਹਾਈਅਰ ਐਜੂਕੇਸ਼ਨ ਨਾਲੋਂ ਡੀਲਿੰਕ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ 'ਤੇ ਮਤਲਬ ਇਹਨੂੰ ਕਹਿ ਲਓ ਕਿ ਤਬਾਹੀ ਵਾਲੇ ਪਾਸੇ ਲੈ ਕੇ ਜਾਣਾ, ਜਿਹਦੇ ਕਾਰਨ ਸਾਡੇ ਹਾਈਅਰ ਐਜੂਕੇਸ਼ਨ ਦੇ ਵਿੱਚ ਸਾਡੇ ਪ੍ਰੋਫੈਸਰ ਲੋਕ, ਬੇਸ਼ੱਕ ਭਾਵੇਂ ਸਾਡੇ ਇਹਨਾਂ ਲੋਕਾਂ ਨਾਲ ਸਾਡੇ ਟੀਚਰ ਨੇ, ਅਸੀਂ ਰਿਸਪੈਕਟ ਕਰਦੇ ਹਾਂ, ਸਾਡੇ ਕਈ ਤਰ੍ਹਾਂ ਦੇ ਡਿਫਰੈਂਸਿਸ ਨੇ ਇਹਨਾਂ ਨਾਲ ਵੀ, ਕਿ ਉਹ ਰੋਲ ਨਹੀਂ ਨਿਭਾ ਪਾ ਰਹੇ ਜੋ ਨਿਭਾਉਣਾ ਚਾਹੀਦਾ ਅੱਜ ਦੇ ਸਮੇਂ ਦੇ ਵਿੱਚ। ਇਕੱਲਾ ਸੈਮੀਨਾਰ, ਕਾਨਫਰੰਸ, ਲੈਕਚਰ ਸੀਰੀਜ਼ ਜਾਂ ਕਹਿ ਲਓ ਇੱਥੋਂ ਤੱਕ ਰੋਲ ਨਹੀਂ ਹੋ ਸਕਦਾ, ਜਿਹੜਾ ਇਹਨਾਂ ਨੂੰ ਯੂਥ ਦੇ ਨਾਲ ਵੀ ਖੜਨਾ ਪਊਗਾ ਔਰ ਯੂਥ ਨੂੰ ਇਸ ਟਾਈਮ ਇਹਨਾਂ ਨਾਲ ਵੀ ਖੜਨਾ ਪਏਗਾ। ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਯੂਥ ਪਲੱਸ ਹਾਈਅਰ ਐਜੂਕੇਸ਼ਨ, ਸਰਕਾਰ ਦੀ ਰਿਸਪੌਂਸਿਬਿਲਿਟੀ ਸੀ ਇਹਨਾਂ ਲੋਕਾਂ ਨੂੰ ਐਮਪਾਵਰ ਕਰਨਾ, ਸੋਨੇ ਦੀ ਚਿੜੀ ਬਣਾਉਣਾ, ਠੀਕ ਹੈ, ਬਟ ਸਰਕਾਰ ਨੇ ਇਹਨਾਂ ਦੋਵਾਂ ਧੜਿਆਂ ਨੂੰ ਸ਼ਰੀਕ ਬਣਾ ਲਿਆ। ਪੜ੍ਹੀ ਲਿਖੀ ਯੂਥ ਪਲੱਸ ਟੀਚਰ ਲੋਕਾਂ ਨੂੰ ਸ਼ਰੀਕ ਬਣਾ ਲਿਆ, ਪਲੱਸ ਸਾਡੇ ਸਕੂਲਾਂ ਦੇ ਜਿਹੜੇ ਟੀਚਰ ਆ, ਠੀਕ ਆ, ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਕਾਫੀ ਉਹਨਾਂ ਦੇ ਅਲਾਊਂਸ ਪੱਤੇ ਕੱਟ ਦਿੱਤੇ ਗਏ, ਉਹਨਾਂ ਨੂੰ ਵੀ ਇਹਨਾਂ ਨੇ ਐਮਪਲੋਇਮੈਂਟ ਜਿਹੜੀ ਜਿੰਨੀ ਵੀ ਆ ਉਹਨੂੰ ਸਾਰੀ ਮਤਲਬ ਐਮਪਲੋਈਜ਼ ਆ ਉਹਨਾਂ ਨੂੰ ਇਹਨਾਂ ਲੋਕਾਂ ਨੇ ਸ਼ਰੀਕ ਬਣਾ ਲਿਆ, ਜਿਹਦੇ ਕਾਰਨ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਜਿਹੜਾ ਝੱਲਣਾ ਪੈ ਸਕਦਾ। ਬਾਕੀ ਇਲੈਕਟ੍ਰੀਸਿਟੀ ਪੰਜਾਬ ਦੇ ਵਿੱਚ 4 ਸਾਲ ਸਭ ਤੋਂ ਮਹਿੰਗੀ ਰਹੀ, 10 ਰੁਪਏ ਪਰ ਯੂਨਿਟ, ਐਂਡ 'ਤੇ ਆ ਕੇ ਉਹਨੂੰ ਸਸਤਾ ਕਰਨਾ, ਇੱਕ ਆਈ ਵਾਸ਼ ਕਰਨਾ, ਜਿਹੜੀ ਸਾਡੀ ਈਵਨ ਪੰਜਾਬ ਦੇ ਵਿੱਚ ਜਿਹੜੀ ਲੇਬਰ ਜਮਾਤ ਆ ਦਿਹਾੜੀ ਕਰਕੇ ਗੁਜ਼ਾਰਾ ਕਰਨਾ, ਉਹ ਸਿਰਫ ਆਟੇ ਦਾਲ ਤੱਕ ਸੀਮਤ ਰਹਿ ਗਈ। ਗਲੀ ਉੱਚੀ ਬਣਾਤੀ, ਘਰ ਨੀਵਾਂ ਰਹਿ ਗਿਆ, ਕਿਸੇ ਨੇ ਘਰ ਉੱਤੇ ਚੱਕਤਾ, ਗਲੀ ਨੀਵੀਂ ਰਹਿ ਗਈ, ਠੀਕ ਹੈ, ਛੱਪੜ ਦਾ ਪਾਣੀ ਸੜਕ ਦੇ ਉੱਪਰ ਚੜ੍ਹ ਗਿਆ, ਉਹਨੂੰ ਪੱਕਾ ਕਰਾ ਦਿਆਂਗੇ, ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਕਰਾ ਦਿਆਂਗੇ, ਕਿਉਂਕਿ ਮੁਰਦਿਆਂ 'ਤੇ ਸਾਨੂੰ ਵਿਸ਼ਵਾਸ ਨਹੀਂ ਹੈਗਾ ਕਿ ਸ਼ਾਮ ਨੂੰ ਵਾਪਸ ਨਾ ਆ ਜਾਣ। ਸੋ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਕੇ ਰੱਖਣ ਨਾਲ ਹੁਣ ਲੋਕ ਜਿਹੜੇ ਆ ਅਵੇਅਰ ਹੋ ਰਹੇ ਆ। ਅਵੇਅਰ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ, ਇੱਕ ਯੂਟਿਊਬ ਆ। ਬੇਸ਼ੱਕ ਭਾਵੇਂ ਕਿਸੇ ਨਾ ਕਿਸੇ ਵੇਲੇ ਚੀਜ਼ਾਂ ਸਿਰਦਰਦੀ ਦਾ ਕਾਰਨ ਵੀ ਸਾਬਤ ਹੁੰਦੀਆਂ ਨੇ, ਬਟ ਲੋਕ ਘਰ ਬੈਠੇ ਇਹਨਾਂ ਚੀਜ਼ਾਂ ਤੋਂ ਅਵੇਅਰ ਹੋ ਰਹੇ ਨੇ। ਦੂਜਾ, ਪੰਜਾਬ ਦੇ ਵਿੱਚ ਜਿਹੜਾ ਯੂਥ ਨੂੰ ਤੇ ਹਾਈਅਰ ਐਜੂਕੇਸ਼ਨ ਨੂੰ ਸ਼ਰੀਕ ਬਣਾਇਆ ਜਾ ਰਿਹਾ ਵਾ, ਉਹਦਾ ਵੱਡਾ ਕਾਰਨ ਇਸ ਇਲੈਕਸ਼ਨ 'ਚ ਇਹ ਆ ਕਿ ਇਸ ਇਲੈਕਸ਼ਨ ਦੇ ਵਿੱਚ ਵੱਡਾ ਕਾਰਨ ਹੈ ਕਿ ਇਹਨਾਂ ਲੋਕਾਂ ਦੀ ਮੈਜੋਰਿਟੀ ਜਿਹੜੀ ਆ ਕਿਸੇ ਵੀ ਗੌਰਮੈਂਟ ਦੀ ਪੰਜਾਬ ਦੇ ਵਿੱਚ ਨਹੀਂ ਆ ਰਹੀ, ਪਰ ਜਿਹੜੀਆਂ ਪਿਛਲੇ ਇੱਕ ਲੰਬੇ ਸਮੇਂ ਤੋਂ ਪਾਰਟੀ ਸੰਘਰਸ਼ ਕਰ ਰਹੀ ਆ ਉਹਦਾ ਗ੍ਰਾਫ ਅੱਗੇ ਨਾਲੋਂ ਕਾਫੀ ਉੱਚਾ ਗਿਆ ਔਰ ਹੋ ਸਕਦਾ ਉਹਨੂੰ ਬੈਨੀਫਿਟ ਵੀ ਹੋਵੇ। ਬਾਕੀ ਇਹ ਲੋਕਾਂ ਨੇ ਦੇਖਣਾ, ਲੋਕ ਸਮਝਦਾਰ ਨੇ, ਅਸੀਂ ਕਿਹਨੂੰ ਵੋਟਾਂ ਪਾਉਣੀਆਂ, ਕਿਹਦੇ ਵਿੱਚ ਸਾਡਾ ਫਿਊਚਰ ਹੋਏਗਾ। ਖਾਸ ਕਰਕੇ ਉਹ ਬੱਚੇ ਜਿਨ੍ਹਾਂ ਦੇ ਮਾਪੇ ਜਿਨ੍ਹਾਂ ਦੇ ਬੱਚੇ 7th 8th 9th 10th +1 +2 'ਚ ਪੜ੍ਹ ਰਹੇ ਆ, ਆਉਣ ਵਾਲੇ 5 ਸਾਲ ਬਾਅਦ, 3 ਸਾਲ ਬਾਅਦ, 2 ਸਾਲ ਬਾਅਦ ਉਹਨਾਂ ਨੇ ਮਾਰਕੀਟ ਦੇ ਵਿੱਚ ਆਉਣਾ ਵਾ। ਮਾਰਕੀਟ ਦੇ ਵਿੱਚ ਇੱਕ ਚੰਗਾ ਢਾਂਚਾ ਸੈਟਅਪ ਹੋਏਗਾ, ਉਹਨਾਂ ਨੂੰ ਵਿਸ਼ਵਾਸ ਹੋਊਗਾ ਕਿ ਸਾਡੇ ਕਮਿਸ਼ਨਾਂ ਦੇ, ਰਿਕਰੂਟਮੈਂਟ ਏਜੰਸੀਆਂ ਦੇ ਕੈਲੰਡਰ ਨੇ, ਸਾਡੇ ਬੱਚੇ ਘਰ ਬੈਠ ਕੇ ਤਿਆਰੀ ਕਰਨਗੇ। ਪੰਜਾਬ ਪੁਲਿਸ ਦੀ ਹਰ ਸਾਲ ਭਰਤੀ ਹੋਣੀ ਬਹੁਤ ਜ਼ਰੂਰੀ ਆ। ਇਹ ਨਹੀਂ ਕਿ 4400 ਬੰਦਾ ਤੁਸੀਂ ਭਰਤੀ ਕਰ ਲਿਆ ਚੌਥੇ ਸਾਲ ਆ ਕੇ ਤੇ ਵਾਹਵਾ ਖੱਟ ਲੋਗੇ, ਨਹੀਂ। +2 ਤੋਂ ਬਾਅਦ ਨੌਕਰੀ ਜਿਹੜੀ ਆ ਹਰ ਸਾਲ ਜੇ ਰਿਕਰੂਟਮੈਂਟ ਹੋਵੇ ਪੰਜਾਬ ਪੁਲਿਸ ਦੀ, ਤਾਂ ਪਿੰਡਾਂ ਦੀਆਂ ਗਰਾਊਂਡਾਂ ਦੇ ਵਿੱਚ ਵਕਤ ਪਿਆ ਰਹੇਗਾ। ਬੱਚੇ ਇੱਕ ਮਨੋਰੰਜਨ ਦੇ ਤੌਰ 'ਤੇ ਨਹੀਂ ਖੇਡਣਗੇ, ਬੱਚੇ ਕੰਪੀਟੀਸ਼ਨ ਦੇ ਵਿੱਚ ਤਿਆਰ ਹੋਣ ਲਈ ਖੇਡਣਗੇ ਵੀ ਸਾਡੀ ਅਪ੍ਰੈਲ ਦੇ ਵਿੱਚ ਭਰਤੀ ਹੋਣੀ ਆ, ਮਈ ਜੂਨ ਦੇ ਵਿੱਚ ਹੋਣੀ ਆ, ਅਸੀਂ ਆਪਣੇ ਨੂੰ ਤਿਆਰ ਰੱਖਣਾ। ਫਿਰ ਇਕੱਲਾ ਫਿਜ਼ੀਕਲ ਫਿਟਨੈਸ ਨਹੀਂ, ਉਹ ਆਪਣੇ ਐਗਜ਼ਾਮ ਦੀ ਜੀ ਮਿਹਨਤ ਨਾਲ ਵੀ ਤਿਆਰੀ ਕਰਨਗੇ। ਕੋਈ ਵੀ ਐਗਜ਼ਾਮ ਹੁੰਦਾ ਤਾਂ ਜਿਹੜੇ ਬੱਚੇ ਥੋੜ੍ਹੇ ਜਾਗਰੂਕ ਨੇ ਉਹ ਬੜੇ ਲੰਬੇ ਸਮੇਂ ਤੋਂ ਤਿਆਰੀਆਂ ਕਰਦੇ ਨੇ ਔਰ ਬੜੇ ਆਰਾਮ ਨਾਲ ਉਹ ਪੇਪਰ ਕਲੀਅਰ ਕਰ ਜਾਂਦੇ। ਸਾਡੇ ਪਿੰਡਾਂ ਦੇ ਵਿੱਚ ਕਈ ਬੱਚੇ ਆ, ਜਦੋਂ ਐਗਜ਼ਾਮ ਹੁੰਦਾ 3 ਮਹੀਨੇ 2 ਮਹੀਨੇ ਪਹਿਲਾਂ ਉਹ ਬੁੱਕ ਖੋਲ੍ਹਦੇ ਨੇ। ਇਹਦੇ ਨਾਲ ਕਦੇ ਵੀ ਕੋਈ ਐਗਜ਼ਾਮ ਕਲੀਅਰ ਨਹੀਂ ਹੁੰਦਾ। ਮੈਂ ਇੱਕ ਗੱਲ ਬੜੀ ਕਲੀਅਰ ਕਰਦੇ ਹਾਂ, ਐਗਜ਼ਾਮ ਕਲੀਅਰ ਕਰ ਲਈ ਤੁਹਾਨੂੰ ਇੱਕ ਲੰਬੀ ਮਿਹਨਤ ਕਰਨੀ ਪੈਂਦੀ ਹੈ, ਪ੍ਰੈਕਟਿਸ ਕਰਨੀ ਪੈਂਦੀ ਹੈ, ਟੈਸਟ ਸੀਰੀਜ਼ 'ਚੋਂ ਲੰਘਣਾ ਪੈਂਦਾ, ਜਿਹਦੇ ਕਾਰਨ ਇਹ ਪਿੰਡਾਂ ਦੇ ਵਿੱਚ ਸਾਡੇ ਬੱਚੇ ਬਹੁਤ ਵੱਡੇ ਲੈਵਲ 'ਤੇ ਮਾਰ ਖਾਂਦੇ ਆ। ਸੋ ਤਕਰੀਬਨ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਜੇ ਆਪਾਂ ਰੱਖੀਏ ਤਾਂ ਇਹਦਾ ਕਿਤੇ ਨਾ ਕਿਤੇ ਨੁਕਸਾਨ ਹੋਣ ਵਾਲੀਆਂ ਸਰਕਾਰਾਂ ਨੂੰ ਜਿਹੜਾ ਉਹ ਹੋ ਵੀ ਰਿਹਾ ਵਾ, ਭੁਗਤਣਾ ਵੀ ਪੈ ਰਿਹਾ ਵਾ। ਸੋ ਪਲੀਜ਼, ਬਾਕੀ ਅੱਗੇ ਲੋਕਾਂ ਨੇ ਦੇਖਣਾ ਵਾ
ਕਿ ਉਹਨਾਂ ਨੇ ਕਿਸ ਪਾਸੇ ਜਾਣਾ ਵਾ, ਕਿਸ ਚੀਜ਼ ਦੇ ਵਿੱਚ ਉਹਨਾਂ ਨੇ ਆਪਣੀਆਂ ਚੰਗੀਆਂ ਇੱਕ ਸਰਕਾਰਾਂ ਨੂੰ ਚੁਣਨਾ। ਇਹ ਲੋਕਾਂ ਦੀ ਜ਼ਿੰਮੇਵਾਰੀ ਆ ਇਹਨਾਂ ਮੁੱਦਿਆਂ ਦੇ ਵਿੱਚੋਂ ਲੰਘਣ ਦੀ। ਸੋ ਥੈਂਕ ਯੂ। ਇਹਦੇ ਵਿੱਚ ਐਂਡ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਗੌਰਮੈਂਟਸ ਨੂੰ ਯੂਥ ਜਿਹੜੀ ਆ ਮਜਬੂਰ ਕਰੇਗੀ ਇਹੋ ਜਿਹੇ फैसले लेने वास्ते। सो ये जो हमारा जो कुछ मिनिस्टर व लोग है, इन लोगों ने यूथ का जो करियर है उसे लगभग लुचर पुचर कर दिया है, लुचर पुचर। और मेरा ये मानना है जो यूथ का जॉब वाला करियर लुचर पुचर करेंगे, यूथ मिलके इन लोगों का पॉलिटिकल करियर लुचर पुचर करेंगे। ये आने वाले समय में तय है, क्योंकि ये लीडर लोग तो ज़्यादातर, अगर मैं इनके करियर की बात करूं तो ज़्यादा से ज़्यादा 5-6 साल, वो भी मैंने ज़्यादा बोल दिया, 3 या 4 साल तक ही इनका पॉलिटिकल करियर बचा है। 2028-32 की जो राजनीति है वो टीचर स्टूडेंट करेंगे, देख लेना इस हिंदुस्तान में, खासकर पंजाब से शुरुआत होगी इसकी। टीचर स्टूडेंट की राजनीति होगी और उसमें इन लोगों के जो बच्चे हैं वो तो आगे कभी लोग उनको मौका ही नहीं देंगे कभी करियर में, पॉलिटिक्स में करियर सेट करने के लिए, क्योंकि अब जो लीडर पैदा होंगे इस 2022 के बाद उनका राजनीतिक करियर ज़्यादा लंबा कभी नहीं होगा। उनका राजनीतिक करियर जो है वो ज़्यादा लंबा कभी नहीं हो सकता, क्योंकि लोग उनको तभी चुनेंगे अगर वो अच्छा काम करेंगे। सो ये सबसे ज़्यादा ये लोग जो फेस कर रहे हैं, इसी तरह इन लोगों को अपनी नीतियां जो है वो बिल्कुल बदलनी होगी। एक टाइम पास एक्सपर्ट्स की बजाय एक अच्छे जो लोग हितैषी फैसले ले सकें उन लोगों को यहाँ पे रखना होगा। सो थैंक यू। मिडीवल हिस्ट्री में देखा होगा कि जो दिल्ली सल्तनत है वहाँ पे एक शासक था मोहम्मद बिन तुगलक, सबसे पढ़ा लिखा शासक, और उसने ऐसी 5 बड़ी गलतियाँ की जिसके कारण पूरे का पूरा जो उसका जो डायनेस्टी थी उसकी तबाही होने लगी थी। सो बिल्कुल हमारे पंजाब के जो लीडर हैं जस्ट लाइक मोहम्मद बिन तुगलक, जो जिससे इतिहासकारों ने सबसे बड़ा लोल शासक बोला है, सबसे बड़ा लोल शासक। ठीक है। सो जी हमारे ज़्यादातर पॉलिटिकल लीडर हैं बिल्कुल जस्ट लाइक मोहम्मद बिन तुगलक। सो उनकी कोई लॉन्ग टर्म विज़न नहीं है, उनकी कोई लॉन्ग टर्म प्लानिंग, यूथ को कैसे हमने काम पे लगाना है, जस्ट उनको एक पता है इन लोगों को शरीक कैसे बनाना है, और इसका फ़ायदा इन लोगों को इस बार में ज़रूर देखने को मिल सकता है, जी श्योरिटी है। सो थैंक यू।